ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਪੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਆਓ ਗੁਰਮੁਖ ਪਿਆਰਿਓ, ਆਪਾਂ ਨੂੰ ਜੋ ਮਾਈ ਦੇਸਾਂ ਵੱਲੋਂ ਹੁਕਮ ਹੋਇਆ ਹੈ, ਆਪਾਂ ਜਿੱਥੇ ਸੇਵਾ ਸੰਭਾਲ ਕਰ ਰਹੇ ਹਾਂ, ਸਤਿਗੁਰਾਂ ਦੇ ਉਸ ਦਰ ਦੀ ਜੋ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਬਚੀ ਹੈ, ਜਿਹੜੀ ਅੱਜ ਵੀ ਸਹੀ ਸਲਾਮਤ ਹੈ, ਬੁਰਜ ਸਾਹਿਬ। ਅਤੇ ਪਾਤਸ਼ਾਹ ਦੀਆਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ, ਹੱਥ ਲਿਖਤ ਪੋਥੀਆਂ, ਬੇਅੰਤ ਗ੍ਰੰਥ, ਜਿਨ੍ਹਾਂ ਦੇ ਵਿੱਚ ਸਿੱਖ ਕੌਮ ਦਾ ਇਤਿਹਾਸ ਹੈ, ਬਾਣੀ ਹੈ, ਹੋਰ ਵੀ ਸੂਤਰ ਦਿੱਤੇ ਨੇ ਸਤਿਗੁਰਾਂ ਨੇ, ਜੋ ਉਹ ਆਪਾਂ ਰੋਜ਼ਾਨਾ ਸਾਂਝ ਪਾਉਣੇ ਆ। ਮਾਤਾ ਜੀ ਵੱਲੋਂ ਜੋ ਹੁਕਮ ਹੋਇਆ ਸੀ ਕਿ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਜੋ ਹੁਕਮਨਾਮਾ ਸਾਹਿਬ ਆਪਾਂ ਨੂੰ ਮਿਲਦੇ ਨੇ, ਉਹਨਾਂ ਦੀ ਸਾਂਝ ਰੋਜ਼ਾਨਾ ਪਾਇਆ ਕਰਕੇ। ਤੁਸੀਂ ਬੜਾ ਪਿਆਰ ਬਖਸ਼ ਰਹੇ ਹੋ, ਜਿੰਨੀਆਂ ਕੁ ਸੰਗਤਾਂ ਤੁਸੀਂ ਆਨੰਦ ਮਾਣਦੇ ਹੋ, ਸੁਣਦੇ ਹੋ, ਉਹਨਾਂ ਨਾਲ ਆਪਾਂ ਰੋਜ਼ਾਨਾ ਇਹ ਸਾਂਝ ਪਾਉਣੇ ਆ। ਅੱਜ ਦਾ ਜੋ ਮੁੱਖ ਵਾਕ ਹੈ, ਇਹ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਕਰਮ ਕਮਾਹੇ। ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀ ਹੈ, ਫਿਰ ਵਿਸ਼ਟਾ ਮਾਹੇ ਪਚਾਹੇ। ਸਤਿਗੁਰੂ ਫਰਮਾਨ ਕਰਦੇ ਹਨ ਕਿ ਸਾਡੇ ਇਸ ਵਰਤਾਰੇ ਦੇ ਵਿੱਚ ਜੋ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੋਈ ਇਹ ਸ੍ਰਿਸ਼ਟੀ ਹੈ, ਇਹਦੇ ਵਿੱਚ ਵਸਣ ਵਾਲੇ ਜਿਹੜੇ ਅਸੀਂ ਜੀਵ ਹਾਂ, ਜਿਨ੍ਹਾਂ ਨੂੰ ਇਸ ਕਾਇਨਾਤ ਦਾ, ਇਸ ਸ੍ਰਿਸ਼ਟੀ ਦਾ ਸਰਦਾਰ ਬਣਾਇਆ ਹੈ, ਤੇ ਉਹਨਾਂ ਨੂੰ ਇੱਕ ਖੇਡ ਤਮਾਸ਼ੇ ਦੇ ਅਧੀਨ ਕੁਝ ਖੋਜਣ ਤੇ ਕੁਝ ਭਾਲਣ ਤੇ ਲਾਇਆ ਹੈ। ਸਾਰੀ ਕਾਇਨਾਤ ਦੀ ਜੋ ਮਾਇਆ ਇੱਕ ਅਣਦਿਸਦਾ ਰੂਪ ਆ, ਇੱਕ ਦਿਸਦਾ ਰੂਪ ਆ। ਜਿਹੜਾ ਦਿਸਦਾ ਨਹੀਂ ਉਹਦਾ ਸਰੂਪ ਕਰਤੇ ਪੁਰਖ ਦਾ, ਉਹਨੂੰ ਅਸੀਂ ਕਹਿੰਦੇ ਨਿਰਗੁਣ ਸਰੂਪ। ਜਿਹੜਾ ਸਾਡੇ ਸਾਹਮਣੇ ਦਿਸ ਰਿਹਾ, ਆਹ ਪ੍ਰਕਿਰਤੀ, ਆ ਧਰਤੀ ਮਾਤਾ ਧਰਤ ਮਹੱਤ ਕਿਹਾ ਜਿਹਨੂੰ ਸਾਡੇ ਗੁਰੂਆਂ ਨੇ, ਇਹਦੇ ਵਿੱਚ ਰਹਿੰਦਿਆਂ ਹੋਇਆਂ ਇੱਥੇ ਇੰਨੀਆਂ ਪਾਵਰਾਂ, ਇੰਨਾ ਸਿਸਟਮ ਪੈਦਾ ਕੀਤਾ, ਇੰਨਾ ਮੋਹ ਮਾਇਆ ਦਾ ਚੱਕਰ ਬਣਾਇਆ ਹੋਇਆ, ਜਿਹਦੇ ਵਿੱਚ ਆਨੰਦ ਵੀ ਬੜੇ ਨੇ, ਖੁਸ਼ੀਆਂ ਵੀ ਨੇ, ਖੇੜੇ ਵੀ ਨੇ, ਬਰਾਗ ਵੀ ਨੇ, ਦੁੱਖ ਵੀ ਨੇ, ਸੁੱਖ ਵੀ ਨੇ, ਬੜੇ ਹੀ ਕੁਛ ਆ। ਅਤੇ ਇਹਦੀਆਂ ਖੇਡਾਂ ਖੇਡਦਿਆਂ ਹੋਇਆਂ ਨਾਲ ਨਾਲ ਸਾਨੂੰ ਚੇਤਾ ਕਰਾਇਆ ਜਾਂਦਾ ਕਿ ਜਿੱਥੇ ਤੁਸੀਂ ਵਾਪਸ ਜਾਣਾ, ਅਤੇ ਉਹ ਨਿਰੰਕਾਰ ਦੇ ਦਰ ਦੀ ਜਿਹੜੀ ਚਾਬੀ ਆ, ਉਹ ਕੁੰਜੀ ਸੰਤਾਂ ਨੂੰ ਸੌਂਪੀ ਹੋਈ ਆ। ਤੁਹਾਨੂੰ ਟਾਸਕ ਦਿੱਤਾ ਜਾਂਦਾ ਕਿ ਆਪਣਾ ਜੀਵਨ ਜਿਉਂਦਿਆਂ ਹੋਇਆਂ, ਜੀਵਨ ਗੁਜ਼ਰ ਬਸਰ ਕਰਦਿਆਂ ਹੋਇਆਂ, ਕਿਰਤ ਵਿਰਤ ਕਰਦਿਆਂ, ਘਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੀ। ਰਾਹ ਵੀ ਪਛਾਣਨਾ, ਰਾਹ ਕਿਵੇਂ ਪਛਾਣਨਾ? ਉਹ ਜਿਨ੍ਹਾਂ ਕੋਲ ਚਾਬੀ ਹੈ, ਕੁੰਜੀ ਹੈ ਸੰਤਾਂ ਕੋਲ, ਉਹਨਾਂ ਸੰਤਾਂ ਨੂੰ ਢੂੰਡਣਾ ਹੈ, ਭਾਲਣਾ ਹੈ। ਇਹ ਸ੍ਰਿਸ਼ਟੀ 'ਚੋਂ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਜਿਹੜੇ ਅੰਤ ਤੱਕ ਸਾਥ ਦਿੰਦੇ ਆ, ਜਿਹੜੇ ਉਹ ਚਾਬੀ ਦੇ ਕੇ ਨਿਰੰਕਾਰ ਦਾ ਦਰ ਖੋਲ੍ਹ ਦਿੰਦੇ ਆ। ਉਹਦੇ ਲਈ ਅਸੀਂ ਸਾਰੇ ਤਰੱਦਦ ਕਰਦੇ ਹਾਂ। ਗੁਰੂ ਨਾਨਕ ਕਹਿੰਦੇ, ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਕਹਿੰਦੇ ਜ਼ਿਆਦਾਤਰ ਦੁਨੀਆ ਦਾ ਹਾਲ ਇਹ ਹੈ ਕਿ ਉਹ ਨਾਮ ਰੂਪੀ ਜਿਹੜਾ ਜਿੰਦਾ ਲੱਗਿਆ ਹੋਇਆ, ਉਹਦੀ ਜਿਹੜੀ ਚਾਬੀ ਹੈ ਉਹਨੂੰ ਕੋਈ ਭਾਲਦਾ ਹੀ ਨਹੀਂ।
ਚਿੱਤ ਚੇਤੇ ਹੀ ਨਹੀਂ ਹੈ ਕਿਸੇ ਦੇ। ਸਰੇਆਮ ਦਿਸੀ ਜਾਂਦਾ ਕਿ ਅਸੀਂ ਆਉਣੇ ਆ ਸੰਸਾਰ 'ਚ ਇੱਕ ਵਰਤਾਰੇ ਰਾਹੀਂ, ਤੇ ਸਾਥੋਂ ਪਹਿਲਾਂ ਵਾਲੇ ਜਾਈ ਜਾਂਦੇ ਆ, ਤੇ ਇੱਕ ਦਿਨ ਅਸੀਂ ਵੀ ਚਲੇ ਜਾਣਾ। ਜਿੱਥੇ ਜਾਣਾ ਉੱਥੋਂ ਦੀ ਚਾਬੀ ਤਾਂ ਪਤਾ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨਹੀਂ, ਨਾਨਕ ਨਾਮ ਨਾ ਚੇਤਨੀ, ਉਹ ਨਾਮ ਕੰਨੀ ਤਾਂ ਚੇਤਾ ਹੀ ਨਹੀਂ। ਅਗਿਆਨੀ ਗਿਆਨਹੀਨ ਮਨੁੱਖ, ਅੰਧਲੇ ਅੰਨੇ ਵੀ ਆ। ਅੰਨੇ ਕਾਹਦੇ 'ਚ ਹੈ? ਮੋਹ ਮਾਇਆ ਦੇ ਚੱਕਰਾਂ 'ਚ ਪੱਟੀ ਬੱਧੀ ਹੋਈ ਆ। ਜੋ ਇੱਥੇ ਦਿਸਦਾ ਉਹਨੂੰ ਇਕੱਠਾ ਕਰਨ ਤੇ ਲੱਗੇ ਹੋਏ ਆ ਕਿ ਲਾਦ ਕੇ ਢੇਰ ਕਰਾਂ, ਪਤਾ ਨਹੀਂ ਅਸੀਂ ਕਿੱਥੇ ਕੁ ਲੈ ਜਾਵਾਂਗੇ। ਅਗਿਆਨੀ ਅੰਧਲੇ ਅਵਰੇ, ਮਹਾਰਾਜ ਕਹਿੰਦੇ ਹੋਰ ਸਾਰਾ ਕੁਝ ਕਰਦੇ ਆ। ਅਵਰੇ ਕਰਮ ਕਮਾਹੇ, ਜਿੰਨਾ ਵੀ ਕਰਮ ਕਰਦੇ ਆ, ਕਰਮ ਧਰਮ ਕਰਦੇ ਆ, ਉਹ ਅਵਰਾ ਕਰਦੇ ਆ। ਇੱਥੋਂ ਤੱਕ ਰਹਿ ਕਿ ਜੇ ਕੋਈ ਧਰਮ ਦਾ ਕਾਰਜ ਵੀ ਕਰਦਾ ਤਾਂ ਕਰਦਾ ਜੇ ਬੱਲੇ ਬੱਲੇ ਹੁੰਦੀ ਹੈ, ਜਿੱਥੇ ਚਾਰ ਜਾਣੇ ਵੇਖਦੇ ਆ, ਜਿੱਥੇ ਕੋਈ ਹਉਮੈ ਨੂੰ ਫੂਕ ਸਕਾਉਂਦਾ ਉੱਥੇ ਹੀ ਕਰਦਾ। ਉਹ ਅਵਰਿਆਂ 'ਚ ਹੀ ਆ ਜਾਂਦਾ ਸਾਰਾ ਕੁਛ। ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ, ਤੇਰੇ ਜੰਮ ਜਗਾਤੀ ਲੂਟੈ। ਉਹ ਹਉਮੈ ਦੇ ਦੇਵਤੇ ਨੇ, ਜੰਮ ਨੇ ਲੁੱਟ ਲੈਣਾ, ਕਿਉਂਕਿ ਅਸੀਂ ਕਰਦੇ ਹੀ ਉਹਦਾ ਕਰਕੇ ਹਾਂ। ਤਾਂ ਸਤਿਗੁਰੂ ਫੇਰ ਕੀ ਕਹਿੰਦੇ ਨੇ? ਜਮਦਰ ਬੱਧੇ ਮਾਰੀਐ। ਹੁਣ ਜਿਹਦੇ ਕੋਲ ਚੱਬ ਕੋਈ ਨਹੀਂ, ਸਾਹਮਣੇ ਦਰਬਾਰ ਸੀ, ਵਾਰ ਸੀ, ਖੋਲ੍ਹ ਕੇ ਲੰਘ ਜਾਣਾ ਸੀ, ਤੇ ਅੱਗੇ ਫਿਰ ਨਿਯਮ ਦੇ ਤਹਿਤ ਕੰਧਾਂ ਨਾਲ ਹੀ ਘਿਸੜਨਾ ਪੈਣਾ ਜਦੋਂ ਦਰਵਾਜ਼ੇ ਦੀ ਚਾਬੀ ਨਹੀਂ। ਜਦੋਂ ਕੰਧਾਂ ਵਾਲੇ ਪਾਸੇ ਜਾਓਗੇ ਫਿਰ ਜਮਾਂ ਦੇ ਵਸ ਪੈਣਾ, ਤੇ ਉੱਥੇ ਮਾਰ ਪੈਂਦੀ ਹੈ ਜਮਾਂ ਦੇ ਦਰ 'ਤੇ। ਤੇ ਹਾਲ ਕਿਹੋ ਜਿਹਾ ਹੁੰਦਾ? ਜਮਦਰ ਬੱਧੇ ਮਾਰੀ ਹੈ, ਫਿਰ ਵਿਸ਼ਟਾ ਮਾਹੇ ਬਚਾਏ। ਜਿਨ੍ਹਾਂ ਨੇ ਜਿਉਂਦੇ ਜੀ ਇਹ ਚੀਜ਼ਾਂ ਦੇਖੀਆਂ ਜਾਂ ਪੜ੍ਹੀਆਂ ਜਾਂ ਸੁਣੀਆਂ, ਜਿੱਥੇ ਵੀ ਮਨੁੱਖਾਂ ਨੂੰ ਮਾਰਿਆ ਕੁੱਟਿਆ ਜਾਂਦਾ, ਜਿੱਥੇ ਰੱਖਿਆ ਜਾਂਦਾ ਥਾਣਿਆਂ ਜੇਲ੍ਹਾਂ 'ਚ, ਉੱਥੇ ਲਾ ਲਓ ਹਿਸਾਬ ਕੋਲ ਹੀ ਹੁੰਦਾ ਸਾਰਾ ਕੁਛ। ਕਿਰਿਆ ਜਿੱਥੇ ਸੋਧੀ ਜਾਂਦੀ ਹੈ ਉਹ ਵੀ ਵਿੱਚੇ ਉਸੇ ਕਮਰੇ 'ਚ ਹੀ, ਉੱਥੇ ਹੀ ਘੜਾ ਪਾਣੀ ਵਾਲਾ, ਉੱਥੇ ਹੀ ਇਹੋ ਜਿਹਾ ਕੁਛ। ਜਾਣੀ ਉਹ ਗੰਦਗੀ ਦੇ ਵਿੱਚ ਹੀ ਉਹਦਾ ਦੌਰ ਲੰਘਦਾ ਜਦੋਂ ਬੰਦਾ ਵੱਸ ਪੈ ਜਾਂਦਾ। ਜਮਦਰ ਬੱਧੇ ਮਾਰੀਏ, ਫਿਰ ਵਿਸ਼ਟਾ ਮਾਹੇ ਬਚਾਏ। ਤੇ ਮਹਾਰਾਜ ਕਹਿੰਦੇ ਗੰਦਗੀ ਦਾ ਕੀੜਾ ਬਣ ਜਾਂਦਾ। ਕਿਉਂ ਬਣਦਾ? ਕਿਉਂਕਿ ਜਿਹੜੀ ਗੱਲ ਚੇਤਨੀ ਸੀ ਉਹ ਚੇਤੀ ਨਹੀਂ, ਤੇ ਜਿਹੜਾ ਮਾਇਆ ਦਾ ਜਾਲ ਸੀ, ਮੇਰੇ ਮੇਰੇ ਵਾਲਾ, ਮੇਰਾ ਫਲਾਨਾ, ਮੇਰਾ ਫਲਾਨਾ, ਮੇਰੀ ਜਾਇਦਾਦ, ਮੇਰਾ ਪੈਸਾ ਕਰਦਾ ਕਰਦਾ ਜਮਾਂ ਦੇ ਬਸ ਪੈ ਗਿਆ। ਕਦੇ ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ, ਚੇਤਾ ਨਹੀਂ ਕੀਤਾ ਕਿ ਗੁਰੂਆਂ ਦੀ ਬਾਣੀ ਕੀ ਕਹਿੰਦੀ ਹੈ, ਸਾਡੇ ਸਤਿਗੁਰੂ, ਸਾਡੇ ਸਾਧੂ ਸੰਤ ਕੀ ਕਹਿੰਦੇ ਆ ਸਾਨੂੰ। ਕਿਉਂ ਇੰਨਾ ਜ਼ਿਆਦਾ ਸਾਨੂੰ ਇਹ ਵਾਰ-ਵਾਰ ਕਹਿੰਦੇ ਆ ਕਿ ਭਾਈ ਨਾਮ ਜਪ ਲਾ, ਨਾਮ ਜਪ ਲਾ? ਉਹਦੇ ਪਿੱਛੇ ਕਾਰਨ ਹੋਣਾ ਕੋਈ, ਕਦੇ ਸੋਚਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਤੇ ਫਿਰ ਜਮਾਂ ਦੇ ਦਰ ਵੱਜ ਜਾਂਦਾ। ਕਿ ਸਤਿਗੁਰੂ ਕੀ ਕਹਿੰਦੇ ਆ? ਮਹੱਲਾ ਤੀਜਾ, ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪ੍ਰਵਾਨ। ਫਿਰ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਸੁਣ ਲੈਂਦੇ ਆ ਆਵਾਜ਼ਾਂ। ਕਈਆਂ ਤੇ ਅੰਦਰੋਂ ਹੀ ਕਿਰਪਾ ਹੁੰਦੀ ਆ, ਮਨ 'ਚ ਹੀ ਖਿੱਚ ਬੜੀ ਹੁੰਦੀ ਆ ਕਿ ਮੈਂ ਜਾਣਾ ਯਾਰ, ਮੈਂ ਕੌਣ ਆ। ਅੰਦਰੋਂ ਹੀ ਪਿਆਰ ਜਾਗਦਾ ਬਾਣੀ ਦਾ, ਸਾਧੂਆਂ ਦਾ, ਸੰਤਾਂ ਦਾ, ਬਾਣੇ ਦਾ। ਇਹ ਚੀਜ਼ਾਂ ਚੰਗੀਆਂ ਲੱਗਦੀਆਂ। ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪ੍ਰਵਾਨ। ਜਿਹੜੇ ਫਿਰ ਆਪਣੇ ਸਤਿਗੁਰੂ ਨੂੰ ਸੇਵਦੇ ਆ, ਸਾਧੂ ਸੱਜਣ ਸੰਤ ਟੋਲ ਲੈਂਦੇ ਆ ਸੱਚਾ, ਤਾਂ ਫਿਰ ਮਹਾਰਾਜ ਕਹਿੰਦੇ ਉਹ ਪ੍ਰਵਾਨ ਹੋ ਜਾਂਦੇ ਆ। ਹਰ ਕੈ ਨਾਏ ਸਮਾਏ ਰਹੇ, ਚੂਕਾ ਬਣ ਜਾਣ। ਉਹਨਾਂ ਨੇ ਕਰਿਆ ਕੀ? ਵਿਧੀ ਪਤਾ ਲੱਗ ਗਈ ਸਾਧੂ ਤੋਂ। ਚਰਨ ਕਿਹਦੇ ਪਰਸਨੇ ਆ? ਉਹ ਗੁਰੂ ਦਿਸ ਗਿਆ ਆਪਣੇ ਅੰਦਰੋਂ ਹੀ। ਕਿਉਂਕਿ ਵੈਸੇ ਤਾਂ ਕਰਤਾ ਪੁਰਖ ਹੀ ਸੰਸਾਰ ਦਾ ਗੁਰੂ ਆ, ਪਰ ਉਹਨੇ ਅੱਗੇ ਡਿਊਟੀਆਂ ਦਿੱਤੀਆਂ। ਜਿਵੇਂ ਕਰਤੇ ਪੁਰਖ ਦਾ ਜਿਹੜਾ ਚੱਲ ਰਿਹਾ ਸਿਸਟਮ ਆ ਉਹ ਸ਼ਬਦ ਗੁਰੂ ਆ, ਜਿਹਦੇ ਤੱਕ ਅਸੀਂ ਪਹੁੰਚਣਾ। ਤੇ ਸਾਨੂੰ ਸੰਤ ਦੱਸਦੇ ਆ, ਸਾਧੂ ਦੱਸਦੇ ਆ, ਗੁਰੂ ਦੱਸਦੇ ਆ ਕਿ ਸ਼ਬਦ ਤੱਕ ਪਹੁੰਚਣ ਤੋਂ ਪਹਿਲਾਂ ਵੀ ਤੈਨੂੰ ਬਹਿਣਾ ਪੈਣਾ, ਪਵਨ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਪੈਣਾ। ਉੱਥੇ ਜਾਏਗਾ ਫਿਰ ਤੇਰਾ ਮਿਲਾਪ ਹੋਣਾ। ਫਿਰ ਹਰ ਕੈ ਨਾਏ ਸਮਾਏ ਰਹੇ, ਉਹਦੇ 'ਚ ਸੁਰਤ ਸਮਾਈ ਰਹਿੰਦੀ ਆ। ਜੋ ਹੋ ਰਿਹਾ ਉਦਾਹਰਣ ਹਦ ਨਾਦ ਆ, ਨਿਯਮਾਂ ਤਹਿਤ ਹੋ ਰਹੇ ਉਹਦੇ ਕਾਰਜ ਆ, ਸਾਰਾ ਦਿਨ ਸੁਰਤ ਉਦੋਂ ਨੂੰ ਰਹਿੰਦੀ ਆ। ਇੱਕ ਨਿਯਮ ਬਣ ਜਾਂਦਾ, ਹੱਥ ਕਾਰ ਵੱਲ, ਚਿੱਤ ਕਰਤਾਰ ਵੱਲ।
ਇਵੇਂ ਜਿਵੇਂ ਸਾਡੀ ਜ਼ਿੰਦਗੀ ਇੱਕ ਰਾਹ ਪਕੜ ਲੈਂਦੀ ਹੈ। ਹਰ ਕਾ ਨਾਏ ਸਮਾਏ ਰਹੇ, ਚੂਕਾ ਆਉਣ ਜਾਣ ਦਾ ਚੱਕਰ ਨਿਬੜ ਜਾਂਦਾ। ਜਿਸ ਤਰ੍ਹਾਂ ਕਿਸੇ ਸਰਕਾਰੀ ਅਫੀਸਰ ਨੂੰ 5-7 ਕੰਮ ਦੇ ਕੇ ਵਿਦੇਸ਼ ਭੇਜਦੀ ਹੈ ਸਰਕਾਰ ਕਿ ਆਹ ਕੰਮ ਤੂੰ ਕਰਕੇ ਆਉਣੇ ਆ, ਜੇ ਉਹ ਇਮਾਨਦਾਰੀ ਨਾਲ ਉਹ ਸਾਰੇ ਕਾਰਜਾਂ ਨੂੰ ਕਰਕੇ ਸਿਰੇ ਲਾ ਦਿੰਦਾ ਤੇ ਲਿਆ ਕੇ ਰਿਪੋਰਟ ਸੌਂਪ ਦਿੰਦਾ, ਕੀ ਉਹਨੂੰ ਫਿਰ ਵੀ ਜਾਣਾ ਆਉਣਾ ਪਊਗਾ? ਨਹੀਂ, ਫਿਰ ਉਹਦਾ ਆਉਣਾ ਜਾਣਾ ਨਿਬੜ ਜਾਂਦਾ ਜਦੋਂ ਅਸਲੀ ਗੱਲ ਕਰ ਆਉਂਦਾ ਜਿਹੜਾ ਹੁਕਮ ਸੀ। ਸਾਨੂੰ ਵੀ ਹੁਕਮ ਆ ਕਿ ਆਪਣੇ ਆਪੇ ਨੂੰ ਜਾਣ ਕੇ ਉਹ ਜਿਹੜਾ ਪਰਮ ਤੱਤ ਆ ਸਾਡੇ ਅੰਦਰ, ਕਰਤੇ ਪੁਰਖ ਦੀ ਅੰਸ਼ ਆ, ਉਹਦੇ ਨਾਲ ਇੱਕ ਮਿਕਤਾ ਕਰਕੇ ਵਾਪਸ ਜਾਣਾ। ਇੱਥੋਂ ਦੀਆਂ ਗੱਲਾਂ ਤਾਂ ਫਿਰ ਨਿਬੜ ਜਾਂਦੀਆਂ। ਪੌੜੀ। ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਇੱਕ ਗੱਲ 'ਚ ਲੱਗ ਜਾਂਦੀ ਹੈ ਕਿ ਧਨ ਦੌਲਤ ਆ ਜਿਹੜੀ, ਇਹਨੂੰ ਇਕੱਠਾ ਕਿਵੇਂ ਕਰਾਂ। ਇਕੱਠੀ ਕਰਦਾ ਵੀ ਹੈ, ਮਜਬੂਰੀ ਵੀ ਹੈ ਬਹੁਤ ਵੱਡੀ। ਪਾਗਲ ਨਹੀਂ ਹੈਗੇ ਉਹ ਲੋਕ ਜਿਹੜੇ ਮਾਇਆ ਇਕੱਠੀ ਕਰਦੇ ਆ ਨਾ, ਉਹ ਪਾਗਲ ਨਹੀਂ ਹੈਗੇ। ਉਹ ਵੀ ਵਿਚਾਰੇ ਕੀ ਕਰਨ। ਮਾਲਕਾ, ਜਿਹੜਾ ਤੂੰ ਇਹ ਸੰਸਾਰ ਬਣਾਇਆ ਨਾ, ਇਹਦਾ ਰੰਗ ਰੂਪ ਹੀ ਇਹੋ ਜਿਹਾ ਹੋ ਚੁੱਕਿਆ ਹੁਣ ਤਾਂ। ਜੇ ਧਨ ਕੋਲੇ ਆ ਤਾਂ ਤੁਸੀਂ ਸਿਆਣੇ ਵੀ ਹੋ, ਤੁਸੀਂ ਬਾਈ ਜੀ ਵੀ ਹੋ, ਤੁਸੀਂ ਮਹਾਰਾਜ ਜੀ ਵੀ ਹੋ, ਤੁਸੀਂ ਬਾਬਾ ਜੀ ਵੀ ਹੋ। ਜਿੰਨੇ ਮਰਜ਼ੀ ਉਹਦੇ ਰੰਗ ਲਾ ਲਓ ਆਪਦੇ ਨਾਂ ਨਾਲ, ਭਾਵੇਂ ਫੁੱਫੜ ਜੀ ਲਾ ਲਓ, ਤੁਹਾਨੂੰ ਫੁੱਫੜ ਜੀ ਕਿਹਾ ਜਾਊਗਾ, ਕਿਉਂਕਿ ਮਾਇਆ ਕੋਲ ਆ। ਇੱਥੋਂ ਦੀ ਮਾਇਆ ਇੰਨੇ ਰੰਗ ਦਿਖਾਉਂਦੀ ਆ ਤੇ ਫਿਰ ਇਹ ਆਪਦੇ ਜਾਲ 'ਚ ਜਕੜ ਲੈਂਦੀ ਹੈ ਕਿ ਮੈਥੋਂ ਬਿਨਾਂ ਪੈਰ ਪੱਟ ਕੇ ਦਿਖਾ, ਪਾਣੀ ਦੀ ਬੋਤਲ ਨਹੀਂ ਮਿਲਦੀ। ਜਦੋਂ ਇੱਥੋਂ ਤੱਕ ਜੂੜ ਪਾ ਦਿੱਤੇ ਜਾਣ ਤੇ ਬੰਦੇ ਦਾ ਮਨ ਕੁਦਰਤੀ ਇਸ ਚੀਜ਼ 'ਤੇ ਆ ਖੜਦਾ ਕਿ ਸਭ ਰਿਸ਼ਤੇ ਨਾਤੇ ਤੋਰਾ ਫੇਰਾ ਸਾਰਾ ਕੁਛ ਇਹਦੇ ਨਾਲ ਹੀ ਹੈ, ਤੇ ਉਹਨੂੰ ਇੰਨੀ ਜ਼ਿਆਦਾ ਨੰਬਰ ਦੇ ਬਹਿੰਦਾ ਕਿ ਜਿਹੜੇ ਸਤਿਗੁਰਾਂ ਨੇ 2.5 ਘੰਟੇ ਦਸਵੰਧ ਦੇ ਰੱਖੇ ਸੀ, ਉਹ ਵੀ ਭੋਲਾ ਪੰਛੀ ਉਹਦੇ ਲੇਖੇ ਲਾ ਦਿੰਦਾ ਜਿੱਥੋਂ ਫਸਦਾ। ਕਿਰਤ ਬਿਰਤ ਕਰਨ ਤੋਂ ਗੁਰੂਆਂ ਨੇ ਨਹੀਂ ਰੋਕਿਆ, ਕਿਰਤ ਨੂੰ ਤਾਂ ਕਿਹਾ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਾ ਸੇ। ਘਾਲਣ ਵਾਸਤੇ 8 ਘੰਟੇ ਟਾਈਮ ਸਰਕਾਰ ਨੇ ਵੀ ਦਿੱਤਾ ਵਾ, 8 ਘੰਟੇ 10-12। ਪਰ ਜਦੋਂ ਅਸੀਂ ਉਹ ਘੰਟੇ ਵੀ ਇੱਧਰ ਲਾਉਣ ਲੱਗ ਜਾਂਦੇ ਹਾਂ, ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ। ਫਿਰ ਇਕੱਲੀ ਗਿਆਨ ਤੋਂ ਬਿਨਾਂ ਜਿਹੜੀ ਮਾਇਆ, ਇਹ ਦੁਖਦਾਈ ਅੰਤ ਹੁੰਦਾ ਇਹਦਾ। ਅਸੀਂ ਦੇਖ ਰਹੇ ਹਾਂ ਆਪਣੇ ਸਾਰੇ ਸੰਸਾਰ 'ਚ ਮਾਇਆ ਦੇ ਕਾਰਨ ਹੀ ਵਿਗਾੜ ਪੈਂਦੇ ਵੀ ਵੇਖਦੇ ਹਾਂ। ਜਿੱਥੇ ਮਾਇਆ ਸੁੱਖ ਲਿਆਉਂਦੀ ਆ, ਦੁੱਖ ਆਉਂਦੇ ਵੀ ਵੇਖਦੇ ਹਾਂ। ਰਿਸ਼ਤੇ ਨਾਤੇ ਉੱਜੜਦੇ ਵੀ ਵੇਖਦੇ ਹਾਂ। ਮਹਾਰਾਜ ਕਹਿੰਦੇ ਜੇ ਤੇਰੇ ਕੋਲ ਗੁਰੂ ਦਾ ਨਾਮ ਹੈ, ਗੁਰੂ ਦੀ ਕਿਰਿਆ, ਤੂੰ ਜਿਹੜੇ ਸਮਾਜ 'ਚ ਰਹਿ ਰਿਹਾ ਤੇ ਗੁਰੂ ਦੇ ਆਖੇ ਲੱਗ ਕੇ ਦਸਵੰਧ ਕੱਢਦਾ ਹੈ ਤੇ ਆਪਣੀ ਮਾਇਆ ਦਾ ਦਸਵੰਧ ਸਫਲਾ ਕਰਦਾ, ਲੋੜਵੰਦਾਂ ਦੀ ਸੇਵਾ ਕਰਕੇ। ਜਿੱਥੇ ਵੀ ਕੋਈ ਲੋੜਵੰਦ ਹੈ, ਕਿਸੇ ਦੀ ਧੀ ਦਾ ਵਿਆਹ, ਕਿਸੇ ਦੇ ਇਲਾਜ ਦੀ ਲੋੜ ਹੈ, ਕਿਸੇ ਨੂੰ ਫੀਸਾਂ ਦੀ ਲੋੜ ਹੈ, ਕਿਸੇ ਨੂੰ ਕਿਤਾਬਾਂ ਦੀ ਲੋੜ ਹੈ, ਜੋ ਵੀ ਹੈ ਤੇਰੇ ਆਸੇ ਪਾਸੇ, ਆਪਣੀ ਕਮਾਈ ਹੋਈ ਮਾਇਆ ਦਾ ਦਸਵੰਧ ਤੂੰ ਆਪਣੇ ਆਸ-ਪਾਸ ਲੋੜਵੰਦਾਂ 'ਤੇ ਖਰਚ ਕਰਦਾ ਹੈ ਤਾਂ ਉਹੀ ਸੁਖਦਾਈ ਹੋ ਜਾਣੀ ਹੈ। ਉਹਨਾਂ ਦੀਆਂ ਅਸੀਸਾਂ ਨੇ ਤੇਰਾ ਕਵਚ ਬਣ ਜਾਣਾ। ਤੇ ਜੇ ਕਿਤੇ ਇਹ ਗੱਲ ਤੋਂ ਖੁੰਝ ਗਿਆ, ਨਾ ਤੂੰ ਸਵਾਸਾਂ ਦਾ ਦਸਵੰਧ ਦਿੱਤਾ, ਨਾ ਮਾਇਆ ਦਾ ਦਸਵੰਧ ਦਿੱਤਾ, ਤਾਂ ਮਹਾਰਾਜ ਕਹਿੰਦੇ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ। ਤੇਰੀ ਮੌਤ ਦਾ ਕਾਰਨ ਵੀ ਤੇਰੀ ਮਾਇਆ ਬਣ ਸਕਦੀ ਹੈ। ਘਰ ਮੰਦਰ ਮਹਿਲ ਸਵਾਰੀ ਹੈ, ਕਿਸ ਸਾਥ ਨਾ ਜਾਈ। ਇਹ ਮਾਇਆ ਦੇ ਨਾਲ ਹੀ ਫਿਰ ਕਰਦੇ ਕੀ ਹਾਂ ਅਸੀਂ, ਜੇ ਮਰਜ਼ੀ ਨਾਲ ਵਰਤਦੇ ਹਾਂ। ਘਰ ਆਪਾਂ ਨੂੰ ਪਤਾ ਹੀ ਹੈ, ਜਿਹਨੂੰ ਆਪਾਂ ਘਰ ਕਹਿੰਦੇ ਹਾਂ, ਇਹ ਸੰਵਾਰਦੇ ਹਾਂ ਜਿੰਨਾ ਵਧੀਆ ਹੋ ਸਕੇ। ਪੂਰਾ ਸਰਚ ਕਰਕੇ ਭਾਲ ਕੇ ਆਪਾਂ ਪੱਥਰ ਵਗੈਰਾ ਲਾਉਣੇ ਆ, ਸਭ ਕੁਝ ਕਰਦੇ ਹਾਂ, ਕਰਨਾ ਚਾਹੀਦਾ ਵੀ ਹੈ। ਮੰਦਰ ਕਿਉਂ ਕਿਹਾ? ਮੰਦਰ ਕਿਹਾ ਜਾਂਦਾ ਸਾਂਝੀ ਥਾਂ ਨੂੰ, ਜਿੱਥੇ ਸਾਰੇ ਇਕੱਤਰ ਹੋ ਕੇ ਆਪਾਂ ਕੋਈ ਕਿਰਿਆ ਕਰਦੇ ਹਾਂ, ਨਾਮ ਜਪਦੇ ਹਾਂ, ਕੁਛ ਇਸ ਤਰ੍ਹਾਂ ਕਰਦੇ ਹਾਂ। ਘਰ ਮੰਦਰ ਮਹਿਲ ਸਵਾਰੀ ਹੈ, ਕਿਛ ਸਾਥ ਨਾ ਜਾਈ। ਮਹਾਰਾਜ ਜੀ ਕਹਿੰਦੇ ਬਾਹਰੀ ਮੰਦਰ ਬਲਾ ਸੋਹਣੇ ਬਣ ਜਾਂਦੇ, ਜਿਵੇਂ ਆਪਣੇ ਗੁਰਦੁਆਰੇ ਬਣੇ ਵੇ ਅੱਜ ਕੱਲ੍ਹ, ਸਿਉਣਾ ਵੀ ਲੱਗਿਆ ਵਾ,
ਪਰ ਜੇ ਐਡੇ ਐਡੇ ਵੱਡੇ ਦਰਬਾਰ ਹੈ ਤੇ ਬੈਠਣ ਵਾਲੇ 5 ਜਣੇ ਵੀ ਹੈ ਨਹੀਂ, ਤਾਂ ਫਿਰ ਉਹ ਮਹਾਰਾਜ ਕਹਿੰਦੇ ਸਵਾਰੇ ਵੇ ਤੇਰੇ ਨਾਲ ਨਹੀਂ ਜਾਣੇ। ਨਾਲ ਤਾਂ ਤੇਰੇ ਬੈਠਣ ਨੇ, ਬਾਣੀ ਪੜ੍ਹਨ ਨੇ, ਤੇਰੀ ਸਮਝ ਨੇ, ਸੂਝ ਨੇ ਜਾਣਾ ਸੀ, ਉਹ ਤੂੰ ਖੱਟੀ ਨਹੀਂ। ਇੱਕ ਦਿਖਾਵਾ ਖੜਾ ਕਰਤਾ, ਕਿਹਾ ਸਾਡਾ ਮੰਦਿਰ ਹੈ ਜਾਂ ਗੁਰਦੁਆਰਾ ਜਾਂ ਚੀਜ਼ ਹੈ, ਇੰਨੇ ਕਰੋੜ ਲਾਇਆ ਬਈ। ਇਹ ਗੱਲ ਕਹਿਣ 'ਚ ਬੜੀ ਸੋਹਣੀ ਲੱਗਦੀ ਹੈ, ਹਿੱਕ ਥਾਪੜਨ ਨੂੰ ਬੜੀ ਵਧੀਆ ਲੱਗਦੀ ਹੈ, ਪਰ ਜੇ ਉਹਦੇ 'ਚ ਕੋਈ ਬੈਠਣ ਵਾਲਾ ਹੀ ਨਹੀਂ, ਉੱਥੇ ਕੋਈ ਪਾਠ ਕਰਨ ਵਾਲਾ ਨਹੀਂ, ਜਾਪ ਕਰਨ ਵਾਲਾ ਨਹੀਂ, ਧਿਆਨ ਕਰਨ ਵਾਲਾ ਨਹੀਂ, ਤਾਂ ਉਹਨੇ ਵੀ ਫਿਰ ਸਾਥ ਨਹੀਂ ਦੇਣਾ। ਘਰ ਮੰਦਰ ਮਹਿਲ ਸਵਾਰੀ ਹੈ, ਉਹ ਸਵਾਰਿਆ ਵਾ ਕੀ ਕਰੂਗਾ, ਕਿਛ ਸਾਥ ਨਾ ਜਾਈ। ਤੇਰੀ ਇੱਕ ਮਿੱਕਤਾ ਤਾਂ ਉਹਦੇ ਨਾਲ ਹੋਈ ਨਾ ਜਿਹਨੇ ਭੇਜਿਆ ਸੀ ਤੈਨੂੰ। ਹਰ ਰੰਗੀ ਤੁਰੇ, ਹਰ ਰੰਗੀ ਤੁਰੇ ਨਿਤ ਪਾਲੀਆ ਕਿਤੇ ਕਾਮ ਨਾ ਆਈ। ਮਹਾਰਾਜ ਕਹਿੰਦੇ ਕਈ ਰੰਗਾਂ ਦੇ ਤੇ ਕਈ ਕਿਸਮਾਂ ਦੇ ਘੋੜੇ ਪਾਲਦਾ ਤੂੰ, ਤੇ ਬੜਾ ਨਾਮ ਆ ਤੇਰੇ ਤੁਰਿਆਂ ਦਾ, ਤੇਰੇ ਘੋੜਿਆਂ ਦਾ, ਕਿ ਇਹੋ ਜਿਹੇ ਘੋੜੇ ਹੋਰ ਹੈ ਨਹੀਂ ਕਿਤੇ, ਪਰ ਕਿਸੇ ਕੰਮ ਨਹੀਂ ਆਉਣੇ। ਇਹ ਨਾ ਸਮਝ ਲਈਏ ਇੱਥੇ ਨਹੀਂ ਆਉਂਦੇ, ਇੱਥੇ ਤਾਂ ਉਹ ਵਿਕ ਕੇ ਕਰੋੜਾਂ ਦੇ ਵਿਕਦੇ ਆ, ਮਾਇਆ ਇਕੱਤਰ ਕਰ ਦਿੰਦੇ ਆ। ਪਰ ਮਹਾਰਾਜ ਨੇ ਤਾਂ ਤੋਂ ਨਿਬੇੜਾ ਕੀ ਕੀਤਾ ਕਿ ਜੇ ਤੈਨੂੰ ਗਿਆਨ ਅੰਜਨ ਨਾ ਮਿਲਿਆ, ਤੇਰੀ ਸਮਝ ਨਾ ਵਧੀ, ਤੈਨੂੰ ਇਹ ਸਿਸਟਮ ਦਾ ਹੀ ਪਤਾ ਨਾ ਲੱਗਿਆ ਸਾਰੇ ਦਾ ਕਿ ਹੈ ਕਿਉਂ, ਕਿਵੇਂ ਆ, ਕਿਵੇਂ ਮੈਂ ਜਪ ਤੇ ਧਿਆ ਸਕਦਾ, ਕਿਵੇਂ ਮੈਂ ਆਪਦੇ ਆਪ ਨੂੰ ਸੈੱਟ ਰੱਖ ਸਕਦਾ, ਤਾਂ ਇਹ ਸਾਰੇ ਕਾਸੇ ਨੇ ਐਵੇਂ ਹੀ ਜਾਣਾ। ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੇ ਕਾਮ ਨਾ ਆਈ। ਇੱਧਰਲੇ ਪਾਸੇ ਇਹ ਕਿਸੇ ਕੰਮ ਨਹੀਂ ਆਉਂਦੇ। ਘਰ ਮੰਦਰ ਸਵਾਰੇ, ਮਹਿਲ ਸਵਾਰੇ, ਇਹ ਚੀਜ਼ਾਂ। ਜਨ ਲਾਭ ਹੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਿਖਾਈ। ਹੁਣ ਸਤਿਗੁਰੂ ਸਾਨੂੰ ਲੈ ਕੇ ਕਿੱਥੇ ਆ ਰਹੇ ਆ? ਕਿੰਨਾ ਕੁਛ ਗਿਣਤਾ, ਘਰ ਗਿਣਤੇ, ਮੰਦਰ ਗਿਣਤੇ, ਘੋੜੇ ਗਿਣਤੇ, ਮਾਇਆ ਗਿਣਤੀ ਸਾਡੀ। ਤਾਹਾਂ ਦੱਸਤਾ ਵੀ ਤੁਸੀਂ ਚਿੱਤ ਲਾਉਂਦੇ ਨਹੀਂ, ਇੱਧਰ ਹੋਣਾ ਕੀ ਆ ਤੁਹਾਡਾ? ਹੁਣ ਕੀ ਕਹਿੰਦੇ ਆ? ਫੇਰ ਦੁਬਾਰੇ ਯਾਦ ਕਰਾਉਂਦੇ ਆ ਸਾਨੂੰ। ਜਨ ਲਾਭ ਹੋ ਚਿੱਤ ਹਰ ਨਾਮ ਸਿਓ ਅੰਤ ਹੋਈ ਸਿਖਾਈ। ਭਾਈ ਗੱਲ ਸੁਣ ਲਓ, ਜਿਹੜੇ ਸੁਣਦੇ ਹੋ ਉਹਨਾਂ ਨੂੰ ਜਨ ਕਿਹਾ ਜਾਂਦਾ। ਜਨ ਲਾਭ ਹੋ ਚਿੱਤ, ਚਿੱਤ ਲਾਓ। ਸਭ ਤੋਂ ਵੱਡੀ ਚੀਜ਼ ਉਹ ਹੁੰਦੀ ਹੈ ਜਿਹੜੀ ਸਾਡੇ ਚਿੱਤ 'ਚ ਆਪਣੇ ਆਪ ਚੱਲਦੀ ਰਹੇ, ਜਿਹਨੂੰ ਅਸੀਂ ਚਿਤਵਨੀ ਵੀ ਕਹਿੰਦੇ ਆ। ਉਹ ਸੁਭ ਚਿਤਵਨੀ ਵੀ ਹੁੰਦੀ ਆ। ਜਦੋਂ ਸਾਡੇ ਕੋਈ ਚੀਜ਼ ਚਿੱਤ ਤਿੱਕਰ ਚਲੀ ਜਾਂਦੀ ਹੈ ਨਾ, ਤੇ ਉੱਥੇ ਹੀ ਸਤਿਗੁਰੂ ਕਹਿੰਦੇ ਇੱਕ ਮਨ ਇੱਕ ਚਿੱਤ। ਪਹਿਲਾਂ ਗੱਲ ਸਾਡੀ ਜ਼ੁਬਾਨ 'ਤੇ ਹੀ ਹੁੰਦੀ ਹੈ, ਫਿਰ ਸਾਡੇ ਰੋਮ ਰੋਮ ਨਾਲ ਸਾਡੇ ਮਨ 'ਚ ਵੀ ਗੂੰਜਣ ਲੱਗ ਜਾਂਦੀ ਹੈ, ਤੇ ਸਾਡੀ ਚੇਤਨਾ ਤੱਕ ਚਲੀ ਜਾਂਦੀ ਹੈ। ਜਦੋਂ ਉਹ ਚਿੱਤ 'ਚ ਚਲੀ ਜਾਂਦੀ ਹੈ ਨਾ, ਫਿਰ ਸਤਿਗੁਰੂ ਕਹਿੰਦੇ ਜਨ ਲਾਭੋ ਚਿੱਤ ਹਰ ਨਾਮ ਸਿਓ। ਹਰੀ ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆ, ਉਹਦਾ ਨਾਮ ਜਿਹੜਾ ਗੁੰਜਾਰ ਪਾ ਰਿਹਾ ਇੱਕ ਓਂਕਾਰ ਦੀ। ਓਂਕਾਰ ਦਾ ਨਾਮ ਆ ਜਿਹੜਾ ਨਾਂ ਦਾ ਸਾਰੇ ਸਰਬ ਵਿਆਪਕ ਹੈ। ਅਸੀਂ ਚਿੱਤ ਲਾਉਣਾ ਉਹਦੇ ਨਾਲ, ਨਾਮ ਨਾਲ। ਉਹਨੂੰ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਉਂਦੇ ਜਾਂਦੇ ਸਵਾਸਾਂ ਦਾ ਸੰਗ ਕਰਕੇ ਉਹਨੂੰ ਪ੍ਰਕਾਸ਼ ਰੂਪ 'ਚ ਦਰਸ਼ਨ ਕਰਨੇ ਆਪਣੇ ਅੰਦਰੋਂ। ਜਦੋਂ ਹੀ ਬਾਹਰੀ ਤੌਰ 'ਤੇ ਚੁੱਪ ਹੁੰਦੇ ਆ, ਇੱਕ ਖਾਸ ਤਰ੍ਹਾਂ ਦੀ ਸਾਊਂਡ ਸਾਨੂੰ ਸੁਣਨੀ ਸ਼ੁਰੂ ਹੁੰਦੀ ਹੈ, ਜਿਹੜੀ ਇੱਕ ਓਂਕਾਰ ਦੇ ਨਾਮ ਦੀ, ਸੱਚੇ ਨਾਮ ਦੀ ਸਾਊਂਡ ਹੈ। ਉਹ ਸ਼ਬਦ ਗੁਰੂ ਹੈ ਜਿਹੜਾ ਸਰਬ ਵਿਆਪਕ ਹੈ। ਅਤੇ ਉਹ ਕਿੰਕਰੀ ਜਦੋਂ ਸਾਨੂੰ ਸੁਣਨੀ ਸ਼ੁਰੂ ਹੁੰਦੀ ਹੈ ਨਾ, ਤਾਂ ਸਤਿਗੁਰੂ ਕਹਿੰਦੇ ਨੇ ਕਿੰਕਰੀ ਅਨੂਪ ਬਾਜੈ ਜੋਗੀ ਕੈ ਮਨ ਮੀਠੀ ਲੱਗੈ। ਜੋਗੀ ਹੁੰਦਾ ਜੁੜਿਆ ਹੋਇਆ, ਜਿਹੜਾ ਕੁਛ ਜਾਣਨਾ ਚਾਹੁੰਦਾ। ਜੋਗੀ ਕੋਈ ਐਂ ਧਰਮ ਨਹੀਂ ਹੈਗਾ ਕਿ ਇਕੱਲੇ ਕਿਸੇ ਭਗਵੇਂ ਕੱਪੜੇ ਵਾਲੇ ਨੂੰ ਜੋਗੀ ਕਿਹਾ ਜਾਂਦਾ। ਜੋਗੀ ਦਾ ਮਤਲਬ ਹੈ ਜਿਹੜਾ ਜੁੜਿਆ ਹੋਇਆ, ਜਿਹੜਾ ਜਾਣਨਾ ਚਾਹੁੰਦਾ ਕਰਤੇ ਨੂੰ ਅੰਦਰੋਂ। ਅਤੇ ਜਦੋਂ ਸਾਡਾ ਚਿੱਤ ਉਸ ਕਿੰਕਰੀ ਵੱਲ ਲੱਗਦਾ, ਜੋ ਹੋ ਰਿਹਾ ਅਨਹਦ ਨਾਦ ਦਾ, ਜੋ ਪੰਜ ਸ਼ਬਦ ਆ, ਉਹ ਸਾਨੂੰ ਸੁਣਾਈ ਦੇਣੇ ਸ਼ੁਰੂ ਹੁੰਦੇ ਆ, ਤਾਂ ਸਤਿਗੁਰੂ ਫਿਰ ਸ਼ਾਬਾਸ਼ੀ ਦਿੰਦੇ ਆ। ਜਨ ਲਾਭੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਿਖਾਈ। ਕਿਵੇਂ ਸਿਖਾਈ ਹੋਊਗਾ ਵੀ? ਕਿਉਂਕਿ ਤੁਹਾਡੀ ਸਾਂਝ ਪੈ ਜਾਣੀ ਹੈ ਜਿਉਂਦੇ ਜੀ। ਪ੍ਰਾਣ ਪੰਖੇਰੂ ਆ ਜਿਹੜਾ ਸਾਡਾ ਜੀਵ ਆਤਮਾ, ਉਹਦਾ ਇੱਕ ਸੁਭਾਅ ਆ, ਜਿਹੜੀ ਚੀਜ਼ ਸਾਡੇ ਚਿੱਤ 'ਚ ਵਸਦੀ ਹੈ ਉਹਦੇ ਵੱਲ ਉੱਡ ਲੈਂਦਾ।
ਜੇ ਇਹਨੂੰ ਅਤੀ ਨੋਰਮਲ ਤੌਰ ਤੇ ਸਮਝਣਾ ਹੋਵੇ ਨਾ, ਅਤੀ, ਮੰਨ ਲਓ ਆਪਾਂ ਇੱਥੋਂ 20-50 ਬੰਦਿਆਂ ਨੂੰ ਇੱਥੋਂ ਟਰੱਕ 'ਚ ਚੜਾਉਣੇ ਆ ਜਾਂ ਬੱਸ ਲੈਂਦੇ ਆ, ਆਪਾਂ ਕਹਿੰਦੇ ਵੀ ਆਪਾਂ ਘੁੰਮ ਫਿਰ ਕੇ ਆਉਣਾ, ਹੋਰ ਕੋਈ ਚੱਕਰ ਨਹੀਂ। ਸਹਿਸਵਾ ਲੈ ਗਏ, ਸਹਿਸਵਾ ਲਿਜਾ ਕੇ ਆਪਾਂ ਉਹਨਾਂ ਨੂੰ ਚੰਡੀਗੜ੍ਹ ਤਾਰਤਾ। ਹੁਣ ਚੰਡੀਗੜ੍ਹ ਉਤਰਨ ਸਾਰ ਆਪਣੇ ਬਣੀਓ ਕੋਈ ਸੁਝਾਅ ਨਹੀਂ ਉਹਨਾਂ ਨੂੰ ਕਿ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ, ਕੋਈ ਉਹਨਾਂ ਤੇ ਬੰਦਿਸ਼ ਨਹੀਂ, ਸਭ ਕੁਝ ਪ੍ਰਵਾਨ ਆ ਜੋ ਉਹ ਕਰਨਗੇ। ਬਸ ਆਪਾਂ ਉਹਨਾਂ ਨੂੰ ਕਹਿਤਾ ਵੀ ਸ਼ਾਮ ਨੂੰ 7 ਵਜੇ ਇੱਥੇ ਆ ਜਾਓ ਬੱਸ ਦੇ ਕੋਲੇ, ਉਦੋਂ ਆਪਾਂ ਵਾਪਸ ਜਾਣਾ, ਉਹਨਾਂ ਚਿਰ ਤੁਸੀਂ ਜੋ ਤੁਹਾਡਾ ਮਨ ਆ ਇੱਥੇ ਦੇਖ ਆਓ। ਤੁਸੀਂ ਨੋਟ ਕਰਿਓ ਕਿ ਉੱਥੇ ਟੋਲੀਆਂ ਬਣਨੀਆਂ ਸ਼ੁਰੂ ਹੋਣਗੀਆਂ ਉਤਰਨ ਸਾਰ। ਜਿਹੜੇ ਬੰਦਿਆਂ ਨੇ ਪਹਿਲਾਂ ਨਾਢਾ ਸਾਹਿਬ ਦਾ ਨਾਂ ਸੁਣਿਆ ਵਾ, ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਇਕੱਠੇ ਹੁੰਦੇ ਜਾਣਗੇ ਵੀ ਨਾਢਾ ਸਾਹਿਬ ਕਿੱਥੇ ਆ, ਨਾਢਾ ਸਾਹਿਬ ਕਿੱਥੇ ਆ, ਨਾਢਾ ਸਾਹਿਬ ਕਿੱਥੇ ਆ, ਕਿਹਨੂੰ ਪੁੱਛ ਕੇ ਕਿਹਨੂੰ ਲਿਜਾਈਏ, ਕਰਦੇ ਕਰਦੇ ਇਕੱਠੇ ਹੋ ਕੇ ਉੱਥੋਂ ਕੋਈ ਗੱਡੀ ਕਰਾਉਣਗੇ, ਕੋਈ ਰਿਕਸ਼ਾ ਕਰਾਉਣ, ਕੁਛ ਕਰਾਉਣ, ਨਾਢਾ ਸਾਹਿਬ ਚਲੇ ਜਾਣਗੇ। ਉਹਨਾਂ ਦੇ ਚਿੱਤ 'ਚ ਜੋ ਗੱਲ ਚੱਲਦੀ ਸੀ ਉਹਨਾਂ ਨੇ ਪੂਰੀ ਕਰ ਲਈ। ਕੁਛ ਲੋਕਾਂ ਨੇ ਉੱਥੇ ਸੁਣਿਆ ਵਾ ਸੀ ਕਿ 17 ਸੈਕਟਰ ਹੈ ਕੋਈ ਬੜਾ ਵਧੀਆ, ਉੱਥੇ ਆਹ ਚੀਜ਼ ਉਹ ਇਕੱਠੇ ਹੋਏ, ਉਹਨਾਂ ਨੇ 17 ਸੈਕਟਰ ਦਾ ਰੁਖ ਕਰ ਲਿਆ। ਕੁਝ ਬੰਦਿਆਂ ਨੇ ਸੁਣਿਆ ਵਾ ਚੰਡੀਗੜ੍ਹ ਸਸਤੀ ਹੁੰਦੀ ਆ, ਉਹ ਉਵੇਂ ਇਕੱਠੇ ਹੋ ਗਏ, ਉਹਨਾਂ ਨੇ ਉਹ ਪਤਾ ਕਰਨਾ ਸ਼ੁਰੂ ਕਰਤਾ। ਜਾਣੀ ਜੋ ਜਿਹਦੇ ਚਿੱਤ 'ਚ ਚੱਲਦਾ ਸੀ ਉਹ ਉਧਰ ਨੂੰ ਤੁਰ ਪਿਆ ਸਹਿ ਸੁਭਾਅ। ਇੱਥੇ ਚਿੜੀਆ ਘਰ ਆ, ਫਲਾਨਾ ਗਾਰਡਨ ਹੈ, ਉਹ ਜਿਵੇਂ ਜਿਵੇਂ ਕਿਸੇ ਦੇ ਸਰੋਤ ਕੰਨਾਂ ਥਾਣੀ ਪਈ ਹੋਈ ਸੀ, ਤੇ ਉਹ ਸਰੋਤ ਕੰਨਾਂ 'ਚ ਪੈਣ ਤੋਂ ਬਾਅਦ ਮਨ 'ਚ ਚੱਲਦੀ ਰਹੀ, ਮਨ 'ਚੋਂ ਚਿੱਤ 'ਚ ਵਸ ਗਈ। ਜਿੱਦੇ ਚੰਡੀਗੜ੍ਹ ਦਿਸਿਆ ਉਹ ਚਿੱਤ 'ਚ ਪਈ ਗੱਲ ਉੱਠ ਕੇ ਸਾਹਮਣੇ ਆ ਗਈ ਕਿ ਅੱਜ ਮੌਕਾ ਆਇਆ, ਆਪਾਂ ਇਹ ਚੀਜ਼ ਦੇਖ ਲਈਏ। ਹੁਣ ਜਿਹੜੀ ਚੀਜ਼ ਦਾ ਵੀ ਕਿਸੇ ਨੂੰ ਖਿੱਚ ਸੀ ਉਹਨੇ ਕਾਰਜ ਕਰਨਾ ਸ਼ੁਰੂ ਕਰਤਾ। ਅਸੀਂ ਕਹਿ ਦਿੰਦੇ ਹਾਂ ਨਾ ਕਿ ਕੰਨ 'ਚ ਗੱਲ ਪਈ ਵੀ ਐਂ ਕੀ ਹੁੰਦਾ, ਬਹੁਤ ਕੁਛ ਹੁੰਦਾ। ਐਨ ਮੌਕੇ 'ਤੇ ਆ ਕੇ ਉਗਰੇ ਆਉਂਦੀ ਆ ਉਹ, ਜਿਹੜੀ ਕਿਤੋਂ ਸੁਣੀ ਵੀ ਹੁੰਦੀ ਹੈ। ਇਹ ਚੀਜ਼ਾਂ ਪੈਦਾ ਹੁੰਦੀਆਂ। ਇਸੇ ਤਰ੍ਹਾਂ ਹੀ ਸਾਡਾ ਇਹ ਵਰਤਾਰਾ ਚੱਲਦਾ। ਜਦੋਂ ਸਾਡੇ ਚਿੱਤ 'ਚ ਜੋ ਚੱਲਦਾ ਹੁੰਦਾ ਸਾਨੂੰ ਉਹ ਆਪਦੇ ਵੱਲ ਖਿੱਚਦਾ। ਜਦੋਂ ਹੀ ਅਸੀਂ ਮੁਕਤ ਹੋਵਾਂਗੇ ਦੇਹ ਤੋਂ, ਤੇ ਸਾਡੇ ਚਿੱਤ ਨੂੰ ਪਤਾ ਹੋਣਾ ਜੇ ਅਸੀਂ ਦੇਹ ਦੇ ਹੁੰਦਿਆਂ ਹੁੰਦਿਆਂ ਅਣਹਦ ਨਾਦ ਸੁਣਿਆ ਵਾ, ਤੇ ਬਾਅਦ 'ਚ ਵੀ ਸਾਨੂੰ ਉਹਨੇ ਸੁਣਨਾ, ਸਾਨੂੰ ਉਹਦੇ ਪ੍ਰਕਾਸ਼ ਨੇ ਦੱਸਣਾ ਕਿ ਮੈਨੂੰ ਸਿੱਧਾ ਤੁਰਿਆ ਇੱਧਰ ਨੂੰ, ਸਾਡੀ ਰੂਹ ਨੇ ਉਡਾਰੀ ਮਾਰਨੀ ਹੈ। ਤੇ ਨਹੀਂ ਇੱਥੇ ਖੰਡਰਾਂ 'ਚ ਘੁੰਮਦੇ ਫਿਰਨਾ, ਫਿਰ ਉਹਨੂੰ ਵੱਖ ਵੱਖ ਨਾਂ ਦਿੱਤੇ ਜਾਂਦੇ ਆ, ਭਟਕਦੀਆਂ ਰੂਹਾਂ, ਆਤਮਾਵਾਂ, ਭੂਤ ਪ੍ਰੇਤ, ਜਨ ਜੀਵ। ਉਹ ਫਿਰ ਇੱਥੇ ਜਿਵੇਂ ਇੱਕ ਬੰਦਾ ਆਮ ਹੀ ਹੁੰਦਾ, ਉਹੀ ਨੰਬਰਦਾਰ ਵੀ ਕਹਿੰਦੇ ਆਪਾਂ, ਮੈਂਬਰ, ਸਰਪੰਚ, ਇਵੇਂ ਜਿਵੇਂ ਇੱਧਰ ਵੀ ਅਹੁਦੇ ਬਥੇਰੇ ਆ। ਜਿੰਨਾ ਵੱਧ ਪੜ੍ਹਿਆ ਲਿਖਿਆ ਹੁੰਦਾ ਉਹਦਾ ਵੱਡਾ ਹੁੰਦਾ ਇੱਧਰ ਉਹਦਾ, ਜਿਹੜਾ ਖੁਦ ਕੁਛ ਪੜ੍ਹਨ ਲਿਖਣ ਜਾਣਦਾ ਉਹ ਬੱਸ 'ਚ ਨਹੀਂ ਆਉਂਦਾ ਗੱਲਬਾਤ। ਇਹ ਚੀਜ਼ਾਂ ਫਿਰ ਐ ਸਾਡੇ ਨਾਲ ਵਾਪਰਦੀਆਂ, ਸਾਡੇ ਨਾਲ ਚੱਲਦੀਆਂ। ਜਿਵੇਂ ਇੱਕ ਛੋਟੀ ਜਿਹੀ ਗੱਲ ਯਾਦ ਆਈ ਕਿ ਚੋਰਾਂ ਦੇ ਸਰਦਾਰ ਨੇ ਕਿਹਾ ਹੋਇਆ ਸੀ ਕਿ ਆਪਾਂ ਚੋਰੀਆਂ ਕਰਨ ਵਾਲੇ ਲੋਕ ਆ, ਆਪਣਾ ਫਰਜ਼ ਨਹੀਂ ਹੈਗਾ ਉਹਨਾਂ ਥਾਵਾਂ 'ਤੇ ਜਾਣਾ ਜਿੱਥੇ ਕੋਈ ਸਤਸੰਗ ਹੁੰਦੀ ਹੈ। ਇਹ ਪਰਨੀ ਆ ਤੁਹਾਡੇ ਲਈ, ਕਦੇ ਵੀ ਕਿਸੇ ਸਤਸੰਗ 'ਚ ਨਹੀਂ ਜਾਣਾ। ਮੰਨਦਾ ਫਿਰ ਅਗਲਾ ਜਿਹੜਾ ਮੈਂਬਰ ਹੈ ਜਥੇਬੰਦੀ ਦਾ, ਉਹ ਮੰਨਦਾ ਵੀ ਹਾਂ ਜੀ ਨਹੀਂ ਜਾਂਦੇ। ਇੱਕ ਵਾਰ ਐਸਾ ਹੋਇਆ ਕਿ ਰਾਜ ਦਰਬਾਰ ਦੀ ਚੋਰੀ ਹੋਈ ਕੋਈ, ਉਹ ਚੋਰੀ 'ਚ ਕਿਸੇ ਜਿਹੜੇ ਚੋਰ 'ਤੇ ਸ਼ੱਕ ਸੀ ਉੱਥੋਂ ਦੀ ਪੁਲਿਸ ਨੂੰ ਉਹ ਮਗਰ ਲੱਗ ਲਏ, ਉਹਨੂੰ ਵੀ ਪਤਾ ਲੱਗ ਗਿਆ, ਉਹ ਭੱਜ ਲਿਆ। ਜਿਵੇਂ ਉਹ ਜੰਗਲ ਦੇ ਵਿੱਚ ਜਾਂਦਾ, ਅੱਗੇ ਦੇਖਦਾ ਕਿ ਹੋਰ ਤਾਂ ਕਿਤੇ ਥਾਂ ਨਹੀਂ, ਇੱਕ ਝਾੜੀ ਆ, ਪਰ ਝਾੜੀ ਦੇ ਨੇੜੇ ਮਹਾਵੀਰ ਬੈਠਾ। ਮਹਾਵੀਰ ਸਵਾਮੀ ਵੀ ਉਦੋਂ ਮਸ਼ਹੂਰ ਸੀ, ਸੰਗਤ ਜਾਂਦੀ ਸੁਣਦੀ ਗੱਲਬਾਤ, ਕੁਛ ਲੋਕ ਅੱਖਾਂ ਮੀਚੀ ਬੈਠੇ ਉਹਦੀ ਗੱਲ ਸੁਣ ਰਹੇ ਆ। ਉਹਨੇ ਆਖਿਆ ਵੀ ਹੋਰ ਤਾਂ ਹੁਣ ਕੋਈ ਰਸਤਾ ਨਹੀਂ, ਆਪਾਂ ਕਿਹੜਾ ਸੰਗਤ 'ਚ ਜਾਂਦੇ, ਝਾੜੀ 'ਚ ਬਹਿ ਜਾਓ। ਉਹ ਝਾੜੀ 'ਚ ਬਹਿ ਗਿਆ, ਤੇ ਮਹਾਵੀਰ ਸਵਾਮੀ ਕੋਈ ਵਿਆਖਿਆ ਕਰ ਰਹੇ ਆ ਅਗਲੇ ਸੰਸਾਰ ਦੀ, ਉੱਥੋਂ ਦੀ ਕੋਈ ਗੱਲ ਦੱਸ ਰਹੇ ਆ, ਸੂਤਰ ਦੱਸ ਰਹੇ ਆ ਉੱਥੋਂ ਦੇ ਕਿ ਇਹ ਜਦੋਂ ਸਰੀਰ ਛੱਡ ਦੇਈਦਾ ਤਾਂ ਅੱਗੇ ਕੀ ਆ। ਬੜੀਆਂ ਵੱਡੀਆਂ ਖੋਜਾਂ ਹੋਈਆਂ ਆਪਣੇ ਦੇਸ਼ 'ਚ ਇਹ ਚੀਜ਼ 'ਤੇ। ਪਿਛਲੇ ਜਨਮਾਂ 'ਤੇ ਮਹਾਵੀਰ ਸਵਾਮੀ ਨੇ ਸਭ ਤੋਂ ਵੱਧ ਕੰਮ ਕੀਤਾ ਕਿ ਇਹ ਜਿਹੜੀ ਜਨਮਾਂ ਦੀ ਖੇਡ ਹੈ ਕੀ ਆ। ਉਹ ਬੋਲ ਰਹੇ ਸੀ ਕਿ ਮੈਂ ਤੱਕਦਾ ਕਿ ਜਿਹੜੇ ਆਪਾਂ ਤੋਂ ਅਗਲੇ ਸੰਸਾਰ ਦੇ ਲੋਕ ਆ, ਰੂਹਾਂ ਆ ਗਈਆਂ, ਪਰੀਆਂ ਆ ਗਈਆਂ, ਜਿੰਨ ਆ ਗਏ,
ਦੇਵੀ ਦੇਵਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਵੀ ਉਹਨਾਂ ਦੇ ਪੈਰ ਆਪਣੇ ਵਾਂਗੂ ਨਹੀਂ ਹੁੰਦੇ, ਪੈਰ ਪੁੱਠੇ ਹੁੰਦੇ ਆ, ਦੂਸਰੇ ਪਾਸੇ ਹੁੰਦੇ ਆ। ਉਹ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਦੱਸ ਰਹੇ ਆ। ਇੰਨੇ ਨੂੰ ਪੁਲਿਸ ਗੇੜਾ ਦੇ ਕੇ ਪਾਸੇ ਲੰਘ ਜਾਂਦੀ ਆ। ਉਹਨੂੰ ਪਤਾ ਲੱਗਦਾ ਵੀ ਕਿ ਹੁਣ ਹੈ ਨਹੀਂ ਖਤਰਾ। ਉਹ ਸੋਚਦਾ ਵੀ ਸ਼ੁਕਰ ਆਪਾਂ ਕਿਹੜਾ ਬਾਹਲੀ ਗੱਲ ਸੁਣੀ ਆ ਕੋਈ। ਉਹ ਉੱਥੋਂ ਉੱਠ ਕੇ ਭੱਜ ਲੈਂਦਾ, ਹੋਰ ਪਾਸੇ ਜਾਂਦਾ ਅੱਗੇ ਫੇਰ ਕੋਈ ਨਾਕਾ ਹੁੰਦਾ ਤੇ ਉਹ ਡਿੱਗ ਕੇ ਆ ਜਾਂਦਾ। ਪੁਲਿਸ ਉਹਨੂੰ ਚੱਕ ਲੈਂਦੀ ਆ। ਚੱਕ ਲੈਂਦੇ ਆ, ਲਿਜਾ ਕੇ ਉਹਨੂੰ ਇਸ ਤਰ੍ਹਾਂ ਦਾ ਨਸ਼ਾ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਉਹਨੂੰ ਸੁਰਤ ਨਾ ਰਹੇ। 3-4 ਦਿਨ ਉਹਨੂੰ ਇੰਨਾ ਨਸ਼ਾ ਦਿੱਤਾ ਜਾਂਦਾ, ਉਹਦੀ ਚੇਤਨਾ ਤੱਕ ਨੂੰ ਬੇਹੋਸ਼ ਕਰ ਦਿੰਦੇ ਆ। ਪਰ ਚੌਥੇ ਦਿਨ ਉਹਨੂੰ ਹੌਲੀ ਹੌਲੀ ਹੋਸ਼ 'ਚ ਲਿਆਂਦਾ ਜਾਂਦਾ। ਇਹੋ ਜਿਹਾ ਮਾਹੌਲ ਬਣਿਆ ਵਾ ਹੁੰਦਾ ਕਿ ਉਹਦੇ ਲਾਮੀ ਜੋ ਵੀ ਆ ਪ੍ਰਕਾਸ਼ਮਾਨ ਚਿੱਟਾ ਚਿੱਟਾ ਪਰੀਆਂ ਫਿਰਦੀਆਂ ਪਰ ਮਾਰਦੀਆਂ, ਕੁਛ ਦੇਵਤੇ ਲੋਕ। ਉਹ ਕਹਿੰਦਾ ਵੀ ਮੈਂ ਕਿੱਥੇ ਆ? ਉਹ ਕਹਿੰਦਾ ਭਾਈ ਤੂੰ ਤਾਂ ਮਰ ਗਿਆ ਸੀ, ਅਸੀਂ ਤੈਨੂੰ ਲੈ ਕੇ ਆਏ ਹਾਂ ਉੱਪਰ। ਉਹ ਕਹਿੰਦਾ ਵੀ ਠੀਕ ਆ, ਤੇ ਅਸੀਂ ਤਾਂ ਤੇਰੀ ਹੋਸ਼ ਦੀ ਉਡੀਕ ਕਰ ਰਹੇ ਸੀ, ਤੂੰ ਬੇਹੋਸ਼ ਹੀ ਰਿਹਾ ਮਰ ਕੇ ਵੀ। ਅੱਜ ਤੈਨੂੰ ਹੋਸ਼ ਆਈ ਆ, ਤੈਨੂੰ ਦੱਸਦੇ ਆ ਗੱਲ ਕਿ ਤੇਰੇ ਤੇ ਇਲਜ਼ਾਮ ਬਹੁਤ ਆ ਚੋਰੀਆਂ ਦੇ ਥੱਲੇ ਮਾਤਲੋਕ 'ਚ। ਹੁਣ ਇੱਥੇ ਤਾਂ ਕੋਈ ਡਰ ਵੀ ਨਹੀਂ ਤੈਨੂੰ। ਇੱਥੇ ਸਾਡੇ ਕੋਲ ਇੱਕ ਰਾਹ, 2 ਰਾਹ ਨੇ ਇਸ ਤਰ੍ਹਾਂ ਦੇ ਕਿ ਜੇ ਤਾਂ ਤੂੰ ਇਕਬਾਲ ਕਰ ਦੇਂਗਾ ਕਿ ਮੈਂ ਮਾਤਲੋਕ 'ਚ ਰਹਿ ਕੇ ਆਹ ਕੰਮ ਕੀਤੇ, ਚੋਰੀਆਂ ਕੀਤੀਆਂ, ਤਾਂ ਤੈਨੂੰ ਮੁਕਤੀ ਮਿਲ ਜਾਣੀ ਹੈ, ਤੈਨੂੰ ਸਵਰਗ ਲੋਕ ਅਸੀਂ ਭੇਜ ਦਿਆਂਗੇ। ਅਸੀਂ ਤਾਂ ਸਿਪਾਹੀ ਹਾਂ, ਅਸੀਂ ਤਾਂ ਛੱਡਣ ਤੇ ਰੋਟੀ ਹੈ, ਸਾਨੂੰ ਤਾਂ ਇੰਨਾ ਹੀ ਕਿਹਾ ਹੋਇਆ। ਤੇ ਜੇ ਤੂੰ ਨਾ ਸਹੀ ਸੱਚ ਬੋਲੇਗਾ ਫਿਰ ਤੈਨੂੰ ਨਰਕਾਂ 'ਚ ਭੇਜਣਾ ਪੈਣਾ। ਸਾਡੇ ਕੋਲ ਤਾਂ ਰਾਹ ਹੀ ਇਹ ਹੈ। ਉਹ ਕਹਿੰਦਾ ਵੀ ਠੀਕ ਆ। ਉਹਨੇ ਸੋਚਿਆ ਵੀ ਦੱਸ ਸਦਕੇ ਜਦੋਂ ਮਾਰੀ ਗਏ ਆ, ਇੱਥੇ ਦੱਸਣ 'ਚ ਕੀ ਹਰਜ ਆ। ਹਲੇ ਉਹ ਅੰਗੜਾਈ ਲੈ ਕੇ ਆਏ, ਦੱਸਣ ਦੀ ਕੋਸ਼ਿਸ਼ ਹੀ ਕਰਦਾ। ਜਦੋਂ ਝਾਕਦਾ ਮਹਾਵੀਰ ਸਵਾਮੀ ਦੀ ਗੱਲ ਚੇਤੇ ਆ ਜਾਂਦੀ ਹੈ। ਉਹ ਕਹਿੰਦਾ ਵੀ ਉਹਨਾਂ ਦੇ ਤਾਂ ਪੈਰ ਪੁੱਠੇ ਹੁੰਦੇ ਆ, ਜਿਹੜੇ ਉੱਪਰ ਸਿਸਟਮ ਹੈ ਇਸ ਤਰ੍ਹਾਂ ਦਾ, ਜਮਰਾਜ ਹੈ ਜਾਂ ਧਰਮਰਾਜ ਹੈ ਜਾਂ ਉਸ ਉਹਦੇ ਤਾਂ ਕੋਈ ਸਾਲਾ ਹੈ, ਕੋਈ ਮੇਰੇ ਨਾਲ ਠੱਗੀ ਹੋ ਰਹੀ ਹੈ। ਉਹ ਨਾਲ ਦੀ ਨਾਲ ਹੀ ਮੁੱਕਰ ਜਾਂਦਾ। ਕਹਿੰਦਾ ਮਹਾਰਾਜ ਤੁਸੀਂ ਤਾਂ ਖੁਦ ਜਾਣੀ ਜਾਣੋ, ਮੈਂ ਜੇ ਕੁਛ ਕੀਤਾ ਹੁੰਦਾ ਮੈਂ ਦੱਸ ਦਿੰਦਾ, ਮੈਂ ਸੱਚੀ ਨਹੀਂ ਕੁਛ ਕੀਤਾ, ਮੇਰਾ ਇਕੱਲਾ ਨਾ ਹੀ ਬਦਨਾਮ ਆ। ਉਹ ਬੜੇ ਸਵਾਲ ਜਵਾਬ ਕਰਦੇ, ਉਹ ਮੰਨਦੇ ਹੀ ਨਹੀਂ। ਚਲੋ ਅਖੀਰ ਉਹ ਕਹਿੰਦੇ ਵੀ ਫਿਰ ਹੁਣ ਛੱਡੋ ਇਹਦਾ ਖੜਾ। ਉਹਨੂੰ ਛੱਡ ਦਿੰਦੇ ਆ। ਉਹ ਜੋ ਛੱਡਦੇ ਆ, ਉਹ ਕਮਰੇ 'ਚੋਂ ਬਾਹਰ ਆਉਂਦਾ, ਦੇਖਦਾ ਉਹਦਾ ਉਹੀ ਸ਼ਹਿਰ ਸੀ, ਉਹੀ ਸਾਰਾ ਕੁਝ ਸੀ। ਅਤੇ ਮਨ 'ਚ ਇੱਕ ਖਿਆਲ ਆਉਂਦਾ ਕਿ ਕੁਝ ਸਕਿੰਟਾਂ ਦੀ ਸੰਗਤ ਨੇ ਮੈਨੂੰ ਫਾਂਸੀ ਦੇ ਫੰਧੇ ਤੋਂ ਲਾਹ ਲੈਂਦਾ। ਮੈਂ ਸਵਾਮੀ ਮਹਾਵੀਰ ਦੀ ਆਹ ਗੱਲ ਨਾ ਸੁਣੀ ਹੁੰਦੀ, ਅੱਜ ਮੈਂ ਫਾਂਸੀ ਦੇ ਤਖਤੇ 'ਤੇ ਹੁੰਦਾ। ਮੇਰੇ ਪਾਪ ਕਿੰਨੇ ਕੱਟ ਤੇ ਇੱਕ ਗੱਲ ਨੇ, ਅਤੇ ਜੇ ਮੈਂ ਹੁਣ ਸੰਗਤੀ ਕਰਿਆ ਕਰਾਂ ਤਾਂ ਮੇਰਾ ਪਤਾ ਨਹੀਂ ਕੀ ਕੀ ਕੱਟਿਆ ਜਾਣਾ। ਫਿਰ ਉਹ ਮਹਾਵੀਰ ਸਵਾਮੀ ਕੋਲ ਜਾ ਕੇ ਉਹਦਾ ਅਨੁਯਾਈ ਬਣ ਜਾਂਦਾ ਅਤੇ ਆਉਣ ਵਾਲੇ ਸਮੇਂ 'ਚ ਬੜਾ ਉੱਚ ਕੋਟੀ ਦਾ ਸਵਾਮੀ ਬਣ ਕੇ ਪ੍ਰਚਾਰ ਕਰਦਾ। ਜਾਣੀ ਕਹਿਣ ਦਾ ਭਾਵ ਹੈ ਕਿ ਜਿਹੜੇ ਇਹ ਸੰਸਾਰ ਆ, ਜਿਹੜਾ ਇਹ ਸਿਸਟਮ ਹੈ ਅੰਦਰੂਨੀ ਸੰਸਾਰ ਦਾ, ਅੰਡਰਵਰਲਡ ਦਾ, ਅੰਤਰਾਤਮਾਵਾਂ ਦਾ ਜਿਹੜਾ ਖੇਲ ਹੈ, ਇਹਦੇ 'ਚ ਉਹਨਾਂ ਨੂੰ ਹੀ ਪਤਾ ਹੁੰਦਾ ਜਿਹੜੇ ਇੱਥੇ ਜਾਂਦੇ ਆ, ਜਿਨ੍ਹਾਂ ਦੀ ਵਾਹ ਅਤੇ ਜਾਂ ਕੋਸ਼ਿਸ਼ ਕੀਤੀ ਹੈ ਸਾਡੇ ਸੰਤਾਂ ਭਗਤਾਂ ਨੇ ਉਹ ਗੱਲਾਂ ਲਿਖਣ ਦੀ ਕਿ ਸਾਨੂੰ ਮਾੜੀ ਮੋਟੀ ਸਮਝ ਆ ਜੇ। ਅਸੀਂ ਗੁਰੂਆਂ ਦੀ ਬਾਣੀ ਖੁਦ ਪੜ੍ਹੀਏ, ਖੁਦ ਸੁਣੀਏ, ਖੁਦ ਵਿਚਾਰੀਏ। ਤਾਂ ਫਿਰ ਸਤਿਗੁਰੂ ਕੀ ਕਹਿੰਦੇ ਆ, ਜਨ ਲਾਵੋ ਚਿੱਤ ਹਰ ਨਾਮ ਸਿਓ, ਅੰਤ ਹੋਏ ਸਿਖਾਈ। ਉਹਨੇ ਸਾਡੀ ਦੇਹ ਦੀ, ਸਾਡੀ ਆਤਮਾ ਲਈ ਸਹਾਈ ਹੋਣਾ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਐਂਡ ਵਾਲੀ ਮੋਹਰ ਸਤਿਗੁਰੂ ਕੀ ਲਾਉਂਦੇ ਨੇ ਕਿ ਧਿਆਨ ਤੋਂ ਬਿਨਾਂ ਗਤੀ ਨਹੀਂ ਹੈ। ਜਦੋਂ ਹੀ ਅਸੀਂ ਕਿਸੇ ਕੋਲੇ ਜਾਵਾਂਗੇ, ਪਹਿਲਾਂ ਅਸੀਂ ਸਾਖੀਆਂ ਸੁਣਾਂਗੇ, ਫਿਰ ਸਾਡਾ ਮਨ ਬਣੂਗਾ ਸੇਵਾ ਕਰਦਿਆਂ ਹੋਇਆਂ, ਫਿਰ ਅਸੀਂ ਬਾਣੀ ਦੇ ਲੜ ਲੱਗਾਂਗੇ, ਬਾਣੀ ਪੜ੍ਹਾਂਗੇ ਤਾਂ ਉਹਨੇ ਸਿਮਰਨ ਬਣਨਾ। ਸਿਮਰਨ ਨਹੀਂ ਚਿੱਤ 'ਚ ਵਸ ਕੇ ਫਿਰ ਮੁੜ ਕੇ ਧਿਆਨ ਬਣਨਾ। ਅਤੇ ਗੁਰੂ ਨਾਨਕ ਕੀ ਕਹਿੰਦੇ ਆ, ਜਨ ਨਾਨਕ ਨਾਮ ਧਿਆਇਆ। ਉਹ ਜਿਹੜਾ ਇੱਕ ਓਂਕਾਰ ਸਤਿਨਾਮ ਸੱਚਾ ਨਾਮ ਆ ਨਾ, ਉਹਨੂੰ ਧਿਆਉਣਾ ਹੈ। ਧਿਆਉਣ ਦੀਆਂ ਬਥੇਰੀਆਂ ਹਜ਼ਾਰਾਂ ਵਿਧੀਆਂ, ਪਰ ਜਿਨ੍ਹਾਂ 'ਚੋਂ ਮੁੱਖ 112 ਵਿਧੀਆਂ, ਅਤੇ ਉਹਦੇ 'ਚੋਂ ਗੁਰੂ ਨਾਨਕ ਨੇ ਵੀ ਲਿਵ ਲਾਉਣ ਵਾਲੀ ਅਤੇ ਸੁਰਤ ਵਾਲੀ ਵਿਧੀ ਨੂੰ ਸਰਮੌਰਤਾ ਦਿੱਤੀ ਹੈ ਕਿ ਆਉਂਦੇ ਜਾਂਦੇ ਸਵਾਸਾਂ ਨਾਲ ਲਿਵ ਲਾ, ਹੋ ਰਹੇ ਅਣਹਦ ਨਾਦ ਨਾਲ ਲਿਵ ਲਾ, ਅਤੇ ਤੇਰੀ ਲਿਵ ਨਹੀਂ ਤੈਨੂੰ ਦੇਣਾ। ਜਨ ਨਾਨਕ ਨਾਮ ਧਿਆਇਆ, ਧਿਆਉਣਾ ਹੈ, ਉਹਨੂੰ ਧਿਆਨ 'ਚ ਲਿਆਉਣਾ ਹੈ। ਗੁਰਮੁਖ
ਸੁਖ ਪਾਈ। ਕਿਹਨੇ ਸੁਖ ਪਾਇਆ? ਜਿਹਨੇ ਮੁਖ ਗੁਰੂ ਵੱਲ ਕਰ ਲਿਆ। ਤੇ ਗੁਰੂ ਨਾਨਕ ਕਹਿੰਦੇ ਕੌਣ ਆ? ਪਵਨ ਗੁਰੂ। ਵਸਦਾ ਕਿੱਥੇ? ਅੰਦਰ। ਜਿਹਨੇ ਅੰਦਰ ਅੰਤਰ ਆਤਮੇ ਮੁਖ ਨੂੰ ਮੋੜ ਲਿਆ, ਆਪਣੀਆਂ ਗਿਆਨ ਇੰਦਰੀਆਂ ਨੂੰ, ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ ਪਵਨ ਗੁਰੂ ਦੇ ਚਰਨਾਂ ਚ ਲਾ ਲਿਆ, ਉਹਦੇ ਨਾਲ ਆਉਣੀ ਜਾਣੀ ਬਣਾ ਲਈ, ਬਾਹਰੋਂ ਸੁਰਤ ਸੰਕੋਚ ਲਈ, ਉਹ ਬਣ ਗਿਆ ਗੁਰਮੁਖ। ਸੁਖ ਪਾਈ, ਫਿਰ ਉਹ ਸੁੱਖ ਹੀ ਸੁਖ ਪਾਉਂਦਾ। ਪਰਮ ਪਿਤਾ ਪ੍ਰਮਾਤਮਾ ਦੀਆਂ ਐਸੀਆਂ ਦਾਤਾਂ ਨੇ ਜਿਹਦੇ ਬਾਰੇ ਸੂਤਰ ਸਾਨੂੰ ਗੁਰਬਾਣੀ 'ਚ ਦਿੱਤੇ ਹੋਏ ਨੇ, ਸਮਝਾਏ ਹੋਏ ਨੇ। ਅਸੀਂ ਕੋਸ਼ਿਸ਼ ਖੁਦ ਕਰਿਆ ਕਰੀਏ, ਖੁਦ ਬਾਣੀ ਪੜ੍ਹੀਏ, ਸੁਣੀਏ। ਜੇ ਅਸੀਂ ਕੰਮ ਧੰਦਾ ਵੀ ਕਰਦੇ ਹੋਏ, ਸਾਡੇ ਕੋਲੇ ਫੋਨ ਨੇ, ਸਾਡੇ ਨੂੰ ਗੁਰਮੁਖ ਪਿਆਰੇ ਟੇਪਾਂ ਦੇ ਦਿੰਦੇ ਨੇ, ਚਿੱਪਾਂ ਮਿਲ ਜਾਂਦੀਆਂ, ਬੜੀਆਂ ਐਪਾਂ ਨੇ ਕਿ ਅਸੀਂ ਕੰਮ ਧੰਦਾ ਵੀ ਕਰਦੇ ਫਿਰਗੇ ਤੇ ਬਾਣੀ ਚੱਲਦੀ ਹੋਵੇ, ਸਾਡੀ ਸੁਰਤ ਉੱਧਰ ਰਹੇ। ਕਦੇ ਨਾ ਕਦੇ ਕੋਈ ਲਫ਼ਜ਼, ਕੋਈ ਸਤਿਗੁਰਾਂ ਦਾ ਦਿੱਤਾ ਹੋਇਆ ਸੂਤਰ ਸਾਡੇ ਪੱਲੇ ਪੈ ਜੇ। ਇੱਕੋ ਹੀ ਸੂਤਰ ਤਾਰ ਕੇ ਲੈ ਜਾਂਦਾ ਹੁੰਦਾ, ਇੱਕੋ ਹੀ ਵਾਧੂ ਰਹਿੰਦਾ। ਗੁਰੂ ਨਾਨਕ ਸਾਹਿਬ ਮਿਹਰ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਪਣੇ ਬੱਚਿਆਂ ਨੂੰ ਆਪਣੀ ਬਾਣੀ ਨਾਲ ਜੋੜ ਲੈਣ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਸੀਂ ਮਿਰਤੂ ਤੋਂ ਰਹਿਤ ਜਿਹੜਾ ਉਹ ਕਾਣਾ ਹੈ, ਅੰਮ੍ਰਿਤ ਆ, ਉਹਦੇ ਘੁੱਟ ਭਰ ਲਗੇ। ਉਹ ਰਾਮ ਰਸ, ਉਹ ਨਾਮ ਰਸ, ਉਹ ਅੰਮ੍ਰਿਤ ਰਸ ਸਾਨੂੰ ਸਾਡੇ ਅੰਦਰੋਂ ਪ੍ਰਾਪਤ ਹੋ ਜੇ। ਨਾਮ ਦਾ ਖੂਟਾ ਜਿਹੜਾ ਅੰਤਰਾਤਮੇ ਭਰਿਆ ਵਾ, ਉਹਦੇ ਨਾਲ ਸਾਡਾ ਵਾਹ ਪੈ ਜੇ। ਸਾਡੀ ਆਹ ਸੰਸਾਰ ਚੱਕਰ ਚੌਣੀ ਜਾਣੀ ਨਿਬੜ ਜੇ। ਸਾਡੇ ਨਾਲ ਮਰੇ ਨਾਨਕ ਤੇ ਮੁਖ ਉਜਲੇ, ਕੀਤੀ ਸੁੱਟੀ ਨਾਲ ਸਾਡੇ ਹੋਰ ਵੀ ਚਾਹੁਣ ਵਾਲੇ, ਪਿਆਰ ਕਰਨ ਵਾਲੇ ਸਭ ਤਰ ਜਾਣ। ਸਭ 'ਤੇ ਕਿਰਪਾ ਹੋ ਜੇ। ਅਸੀਂ ਵੀ ਰੋਜ਼ਾਨਾ ਕਿਹਾ ਕਰਗੇ ਹੱਥ ਜੋੜ ਕੇ, ਸੁਖੀ ਵਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇੱਕੋ ਹੀ ਪੰਗਤੀ 'ਚ ਸਭ ਦੀ ਸੁੱਖ, ਆਪਣੇ ਆਪ ਦਿਆਂ ਪਰਿਵਾਰਾਂ ਦੀ ਵੀ। ਸੁਖੀ ਵਸੈ ਮੋਰ ਪਰਿਵਾਰਾ। ਸੇਵਕ ਜਿੰਨੇ ਵੀ ਸੇਵਕ ਨੇ, ਸਿੱਖ ਜਿੰਨੇ ਤੁਹਾਡੇ ਸਿੱਖ ਨੇ, ਸੇਵਕ ਸਿੱਖ ਸਭੈ ਕਰਤਾਰਾ, ਸਾਰਿਆਂ ਦਾ ਨਾਲ ਚਾਹੀਦਾ। ਸਭ 'ਤੇ ਰਹਿਮਤ ਕਰਨ ਪਾਤਸ਼ਾਹ ਕਿਰਪਾ ਬਣਾਈ ਰੱਖਣ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।